Hello friends, welcome to my channel UGC Net with Sitinder. So today we are going to discuss neorealism in international relations. So ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਿਧਾਂਤ ਆਉਂਦਾ ਹੈ ਆਈਡੀਅਲਿਜ਼ਮ, ਜਿਹੜੇ ਗੱਲ ਕਰਦੇ ਆ ਕਿ ਮਨੁੱਖ ਦਾ ਸੁਭਾਅ ਜਿਹੜਾ ਆ ਉਹ ਬਹੁਤ ਚੰਗਾ ਹੈ ਤੇ ਉਹ ਮੋਰੈਲਿਟੀ ਤੇ ਐਥਿਕਸ ਨੂੰ ਮੰਨਣ ਵਾਲਾ ਹੈ ਔਰ ਮਨੁੱਖ ਜਿਹੜਾ ਆ ਉਹ ਸ਼ਾਂਤੀ ਜਿਹੜੀ ਆ ਉਹ ਸਥਾਪਿਤ ਕਰਨਾ ਚਾਹੁੰਦਾ ਹੈ ਤੇ ਸ਼ਾਂਤੀ ਇਹ ਮਨੁੱਖ ਦਾ ਸੁਭਾਅ ਅੰਤਰਰਾਸ਼ਟਰੀ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਹੈ ਔਰ ਇਸੇ ਕਰਕੇ ਜੇ ਸ਼ਾਂਤੀ ਪਰਮਾਨੈਂਟ ਪੀਸ ਚਾਹੁੰਦੇ ਆ ਤਾਂ ਫਿਰ ਸਾਨੂੰ ਅੰਤਰਰਾਸ਼ਟਰੀ ਆਰਗੇਨਾਈਜੇਸ਼ਨਸ ਬਣਾਉਣੀਆਂ ਪੈਣਗੀਆਂ। ਨਾਲ ਦੀ ਨਾਲ ਸਾਨੂੰ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਡੈਮੋਕ੍ਰੇਸੀ ਨੂੰ ਪ੍ਰਮੋਟ ਕਰਨਾ ਪਊਗਾ ਔਰ ਸਿਮਿਲਰਲੀ ਡੈਮੋਕ੍ਰੇਸੀ ਦੇ ਨਾਲ ਨਾਲ ਇੰਟਰਨੈਸ਼ਨਲ ਲਾਅ ਜਿਹੜਾ ਆ ਉਹ ਬਣਾ ਕੇ ਅਤੇ ਸੀਕਰੇਟ ਡਿਪਲੋਮੇਸੀ ਜਾਂ ਸੀਕਰੇਟ ਅਲਾਇੰਸਿਸ ਖਤਮ ਕਰਨੇ ਪੈਣਗੇ ਅਤੇ ਵਰਲਡ ਗੌਰਮੈਂਟ ਵੱਲ ਫੋਕਸ ਕਰਨਾ ਪਊਗਾ। ਪਰ ਉਹ ਸਿਧਾਂਤ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਕਿਉਂਕਿ ਉਸ ਤੋਂ ਬਾਅਦ ਵੀ ਸੈਕਿੰਡ ਵਰਲਡ ਵਾਰ ਹੁੰਦੀ ਆ। ਸੈਕਿੰਡ ਵਰਲਡ ਵਾਰ ਤੋਂ ਬਾਅਦ ਹਾਂਸੀ ਮੋਰਗੈਂਥਿਊ ਆਪਣਾ ਸਿਧਾਂਤ ਰੀਅਲਿਜ਼ਮ ਦਿੰਦੇ ਆ, ਜਿਹਦੇ ਵਿੱਚ ਉਹ ਇਹ ਗੱਲ ਕਰਦੇ ਕਿ ਮਨੁੱਖ ਦਾ ਸੁਭਾਅ ਕੋਈ ਚੰਗਾ ਨਹੀਂ ਹੈ। ਕੰਟਰਾਡਿਕਟ ਕਰਦੇ ਆ ਆਈਡੀਅਲਿਜ਼ਮ ਨੂੰ ਕਿ ਮਨੁੱਖ ਦਾ ਸੁਭਾਅ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਹੈ। ਉਹ ਜਿਹੜਾ ਆ ਉਹ ਪਾਵਰ ਸੀਕਰ ਹੈ, ਕੁਲਸਮ ਹੈ, ਸੈਲਫ ਇੰਟਰਸਟ ਤੋਂ ਪ੍ਰੇਰਿਤ ਹੈ। ਇਸ ਕਰਕੇ ਮੋਰੈਲਿਟੀ ਅਤੇ ਐਥਿਕਸ ਦੀ ਉਹ ਕੋਈ ਪਰਵਾਹ ਨਹੀਂ ਕਰਦਾ, ਆਈਡੀਓਲੋਜੀ ਕੋਈ ਮੈਟਰ ਨਹੀਂ ਕਰਦੀ। ਤੋ ਰਾਜ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਮਨੁੱਖ ਦਾ ਸੁਭਾਅ ਜਿਹੜਾ ਹੈ ਉਹ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਰਾਜ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ ਆ ਆਪਣੇ ਰਾਸ਼ਟਰੀ ਹਿੱਤਾਂ ਤੋਂ ਅਤੇ ਰਾਸ਼ਟਰੀ ਸ਼ਕਤੀ ਨੂੰ ਵਧਾਉਣ ਵਾਲੇ ਪੱਖ ਤੋਂ। ਤੋ ਇਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਅਗਰ ਅਸੀਂ ਗੱਲ ਕਰਦੇ ਹਾਂ ਰਾਜਨੀਤੀ ਦੀ ਤਾਂ ਉਹ ਡਿਪਲੋਮੇਸੀ ਤੋਂ, ਰਾਜਾਂ ਦੇ ਰਾਸ਼ਟਰੀ ਹਿੱਤਾਂ ਤੋਂ, ਰਾਜਾਂ ਦੀ ਰਾਸ਼ਟਰੀ ਸ਼ਕਤੀ ਤੋਂ ਅਤੇ ਰਾਜਾਂ ਦੀ ਜਿਹੜੀ ਆ ਡਿਪਲੋਮੇਸੀ ਤੋਂ ਪ੍ਰਭਾਵਿਤ ਹੁੰਦੇ ਆ। ਅਤੇ ਰਾਜਾਂ ਦੇ ਲਈ ਕੋਈ ਸ਼ਾਂਤੀ ਕੋਈ ਮਾਇਨੇ ਨਹੀਂ ਰੱਖਦੀ ਜੇ ਉਹਨਾਂ ਦੀ ਰਾਸ਼ਟਰੀ ਸ਼ਕਤੀ ਲਈ ਜਾਂ ਰਾਸ਼ਟਰੀ ਹਿੱਤਾਂ ਦੇ ਲਈ ਕੋਈ ਖਤਰਾ ਪੈਦਾ ਹੁੰਦਾ ਤਾਂ ਰਾਜ ਯੁੱਧ ਕਰਨਗੇ ਹੀ ਕਰਨਗੇ। ਯੁੱਧ ਮੈਂਡੇਟਰੀ ਹੈ ਅਕੋਰਡਿੰਗ ਟੂ ਹਾਂਸੀ ਮੋਰਗੈਂਥਿਊ। ਬਟ ਵਿਦ ਦਾ ਪੈਸੇਜ ਆਫ ਟਾਈਮ ਵੇਖਣ ਵਿੱਚ ਇਹ ਆਇਆ ਕਿ ਜਿਵੇਂ ਜਿਵੇਂ ਸਮਾਂ ਬਦਲਿਆ ਉਹਦੇ ਨਾਲ ਰੀਅਲਿਜ਼ਮ ਦੇ ਵਿੱਚ ਕੁਝ ਤਬਦੀਲੀਆਂ ਆਈਆਂ। ਕਨੀਥ ਵਾਲਟੇਜ ਹੈਗੇ ਆ, ਉਹ ਆਪਣੀ ਕਿਤਾਬ ਲਿਖਦੇ ਆ ਸਟੱਡੀ ਆਫ ਜਿਹੜਾ ਕਨੀਥ ਵਾਲਟੇਜ ਜਿਹੜੇ ਆ ਉਹ ਆਪਣੀ ਕਿਤਾਬ ਲਿਖਦੇ ਹੈਗੇ ਆ ਦ ਥਿਊਰੀਜ਼ ਆਫ ਇੰਟਰਨੈਸ਼ਨਲ ਰਿਲੇਸ਼ਨਸ। ਉਹ ਇਸ ਜਿਹੜਾ ਕਨੀਥ ਵਾਲਟੇਜ ਨੇ ਇੱਕ ਰੀਅਲਿਜ਼ਮ ਦੇ ਵਿੱਚ ਬੇਸਿਕ ਗੱਲਾਂ ਉਹੀ ਰਹੀਆਂ ਪਰ ਉਹਨਾਂ ਦੀਆਂ ਜਿਹੜੀਆਂ ਮੇਨ ਫੋਕਸ ਉਹੀ ਰਿਹਾ, ਨੈਸ਼ਨਲ ਇੰਟਰਸਟ ਸੇਮ ਰਿਹਾ ਕਿ ਰਾਜ ਜਿਹੜੇ ਆਪਣੇ ਰਾਸ਼ਟਰੀ ਹਿੱਤਾਂ ਤੋਂ ਪ੍ਰੇਰਿਤ ਹੁੰਦੇ ਆ। ਦੂਸਰੀ ਗੱਲ ਵੀ ਸੇਮ ਰਹੀ ਕਿ ਰਾਜ ਜਿਹੜੇ ਆ ਉਹ ਰਾਸ਼ਟਰੀ ਸ਼ਕਤੀ ਤੋਂ ਪ੍ਰੇਰਿਤ ਹੁੰਦੇ ਆ। ਉਹ ਮੇਨ ਫੋਕਸ ਜਿਹੜਾ ਆ ਨਾ ਉਹ ਆਪਣੇ ਸਟੱਡੀ ਦੇ ਵਿੱਚ ਇਹ ਕਰਦੇ ਆ ਕਨੀਥ ਵਾਲਟੇਜ ਜਿਹੜੇ ਆ ਜਦੋਂ ਸਟੱਡੀ ਕਰਦੇ ਆ ਇੰਟਰਨੈਸ਼ਨਲ ਪੋਲੀਟਿਕਸ ਦੀ ਤਾਂ ਉਸ ਸਟੱਡੀ ਦੇ ਵਿੱਚ ਉਹਨਾਂ ਦਾ ਮੇਨ ਮਕਸਦ ਜਾਂ ਮੇਨ ਜਿਹੜਾ ਫੋਕਸ ਹੈ ਉਹ ਇਹ ਰਹਿੰਦਾ ਆ ਜਿਹੜਾ ਭਿੰਨ ਕਰਦਾ ਹੈ। ਨਿਊ ਰੀਅਲਿਜ਼ਮ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਕੁਝ ਬੇਸਿਕ ਸਿਧਾਂਤ ਜਿਹੜੇ ਆ ਉਹ ਰੀਅਲਿਜ਼ਮ ਵਾਲੇ ਆ। ਇਹਨਾਂ ਦੇ ਵਿੱਚ ਉਹ ਹੈਗਾ ਆ ਬੇਸਿਕ ਸਿਧਾਂਤ ਰੀਅਲਿਜ਼ਮ ਵਾਲਾ, ਇੱਕ ਤਾਂ ਰਾਸ਼ਟਰੀ ਹਿੱਤ, ਦੂਸਰਾ ਰਾਸ਼ਟਰੀ ਸ਼ਕਤੀ ਅਤੇ ਤੀਸਰਾ ਜਿਹੜਾ ਆ ਕਿ ਜਿਹੜੇ ਸੋਵਰਨ ਨੇਸ਼ਨ ਸਟੇਟ ਨੇ ਉਹ ਆਪਣੀ ਉਹ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਕਿਰਿਆਸ਼ੀਲ ਨੇ ਅਤੇ ਰਾਸ਼ਟਰੀ ਸੁਰੱਖਿਆ ਤੋਂ ਪ੍ਰਭਾਵਿਤ ਹੋ ਕੇ ਉਹ ਸਾਰੇ ਕਾਰਜ ਕਰਦੇ ਆ। ਤੋ ਕਨੀਥ ਵਾਲਟੇਜ ਜਿਹੜੀ ਆ ਇੰਟਰਨੈਸ਼ਨਲ ਰਿਲੇਸ਼ਨਸ ਦੀ ਜਦੋਂ ਸਟੱਡੀ ਕਰ ਰਿਹਾ ਤਾਂ ਉਹ ਕੀ ਕਹਿੰਦੇ ਆ ਜਿਹੜੀ ਨਵੀਂ ਗੱਲ ਕਰ ਰਹੇ ਆ ਉਹ ਗੱਲ ਕਰ ਰਹੇ ਆ ਐਨਾਰਕੀ ਐਟ ਦਾ ਇੰਟਰਨੈਸ਼ਨਲ ਲੈਵਲ। ਉਹ ਕਹਿੰਦੇ ਆ ਕਿ there is
नो गवर्नमेंट ओवर द गवर्नमेंट्स। ਕਹਿੰਦੇ ਆ ਕਿ ਰਾਜਾਂ ਦੇ ਉੱਪਰ ਕੋਈ ਹੋਰ ਪ੍ਰਭੂ ਸੱਤਾ ਸੰਪੰਨ ਰਾਜਾਂ ਦੇ ਉੱਪਰ ਕੋਈ ਹੋਰ ਰਾਜ ਸਰਕਾਰ ਹੈ ਨਹੀਂ ਜਿਹੜੇ ਕਿ ਉਹਨਾਂ ਦੇ ਬਿਹੇਵੀਅਰ ਨੂੰ ਰੈਗੂਲੇਟ ਕਰ ਸਕੇ। ਤੇ ਸਾਰੇ ਜਿਹੜੇ ਰਾਜ ਨੇ ਉਹ ਆਪਣੇ ਜਿਹੜੇ ਕਾਰਜ ਨੇ ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ। ਤੇ ਇਸ ਕਰਕੇ ਆਰਜਕਤਾ ਫੈਲੀ ਹੋਈ ਆ। ਮਾਈਟ ਇਜ਼ ਰਾਈਟ ਦੇਅਰ ਐਟ ਦ ਇੰਟਰਨੈਸ਼ਨਲ ਲੈਵਲ। ਤੋ ਜਿਹੜੇ ਰਾਜ ਨੇ ਉਹ ਜਿਹੜੇ ਵੱਡੇ ਰਾਜ ਨੇ ਉਹ ਛੋਟੇ ਰਾਜਾਂ ਦੇ ਉੱਤੇ ਜਿਹੜੇ ਆ ਉਹ ਆਪਣਾ ਜਿਹੜਾ ਆ ਉਹ ਪ੍ਰਭਾਵ ਪਾ ਰਹੇ ਨੇ, ਉਹਨਾਂ ਦੇ ਨਿਰਮਾਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੇ ਆ। ਤੋ ਇਸ ਕਰਕੇ ਉਹ ਮੰਨਣਾ ਉਹਨਾਂ ਦਾ ਇਹ ਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਐਨਾਰਕੀ ਹੈ ਤਗੜੇ ਦਾ 27-100 ਆ ਜਿਹੜੇ ਵੱਡੇ ਰਾਸ਼ਟਰ ਨੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਦੇਅਰ ਆਰ ਯੂਨਿਟਸ ਐਂਡ ਸਬ ਯੂਨਿਟ ਐਟਸ ਦਾ ਇੰਟਰਨੈਸ਼ਨਲ ਲੈਵਲ। ਸਟਰਕਚਰਲ ਰੀਅਲਿਜ਼ਮ ਵੀ ਕਿਹਾ ਜਾਂਦਾ ਆ, ਨਿਓ ਰੀਅਲਿਜ਼ਮ ਕਨੀਥ ਵਾਲਟੇਜ ਦੇ ਸਿਧਾਂਤ ਨੂੰ ਸਟਰਕਚਰਲ ਰੀਅਲਿਜ਼ਮ ਵੀ ਕਿਹਾ ਜਾਂਦਾ ਆ। ਉਹ ਸਟਰਕਚਰ ਦੀ ਗੱਲ ਕਰਦੇ ਐਟ ਦਾ ਇੰਟਰਨੈਸ਼ਨਲ ਲੈਵਲ। ਉਹ ਮੰਨਦੇ ਆ ਕਿ ਇਸ ਤਰ੍ਹਾਂ ਇੱਕ ਸਟਰਕਚਰ ਬਣਿਆ ਹੋਇਆ ਹੈ, ਪੂਰਾ ਜਿਹੜਾ ਇੰਟਰਨੈਸ਼ਨਲ ਸਿਸਟਮ ਹੈ ਉਹ ਵੰਡਿਆ ਹੋਇਆ ਆ ਯੂਨਿਟਸ ਤੇ ਸਬ ਯੂਨਿਟਸ ਦੇ ਵਿੱਚ। ਤੋ ਯੂਨਿਟਸ ਤੇ ਸਬ ਯੂਨਿਟਸ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ ਆ। ਤੋ ਉਹਨਾਂ ਦੇ ਅਕੋਰਡਿੰਗ ਜਿਹੜਾ ਟੌਪ ਦੇ ਉੱਪਰ ਲਾਈਕ ਜਿਵੇਂ ਮੋਨੋਪਲੀ ਰਾਜ ਇਸ ਟਾਈਮ 'ਤੇ ਆਪਾਂ ਕਹਿ ਦਿੰਦੇ ਹੈਜਮਨੀ ਆਫ US ਟੌਪ ਉੱਪਰ ਉਹ ਰਾਜ ਨੇ। ਫਿਰ ਜਿਹੜੇ ਵੱਡੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਆਪਾਂ 5 Ps ਕਹਿ ਦਿੰਦੇ ਆ ਉਹ ਆ। ਫਿਰ ਉਸ ਤੋਂ ਜਿਹੜੇ ਨੇ ਆ ਜਾਂਦੇ ਆ ਜਿਵੇਂ ਉਸ ਤੋਂ ਜਿਹੜੇ ਛੋਟੇ ਰਾਜ ਨੇ ਜਿਵੇਂ G20 ਜਾਂ ਦੂਸਰੇ ਸਾਰੇ ਸਟੇਟਸ ਆ ਜਾਂਦੇ ਆ। ਉਸ ਤਰ੍ਹਾਂ ਉਸ ਤੋਂ ਬਾਅਦ ਇਹ ਛੋਟੇ ਥਰਡ ਵਰਲਡ ਨੇਸ਼ਨ ਜਿਹੜੇ ਆ ਉਹ ਆ ਜਾਂਦੇ ਆ ਜਿਵੇਂ। ਔਰ ਜਿਹੜਾ ਵੱਡਾ ਰਾਜ ਹੈ ਉਹ ਛੋਟੇ ਰਾਜ ਦੇ ਉੱਪਰ ਆਪਣੀ ਸ਼ਕਤੀ ਦਾ ਇਸਤੇਮਾਲ ਕਰਦਾ ਹੈ ਤੇ ਉਸ ਤੋਂ ਉਹਦੇ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਆ। ਇਸ ਕਰਕੇ ਦੇਰ ਇਜ਼ ਅ ਅਨਾਰਕੀ ਐਟ ਦਾ ਇੰਟਰਨੈਸ਼ਨਲ ਲੈਵਲ ਕਿ ਅੰਤਰਰਾਸ਼ਟਰੀ ਪੱਧਰ 'ਤੇ ਅਨਾਰਕੀ ਜਿਹੜੀ ਹੈ ਉਹ ਹੈਗੀ ਆ। ਕੋਈ ਗਵਰਨਮੈਂਟਸ ਦੇ ਬਿਹੇਵੀਅਰ ਨੂੰ ਰੈਗੂਲੇਟ ਕਰਨ ਦੇ ਲਈ ਕੋਈ ਹੋਰ ਸਰਕਾਰ ਜਿਹੜੀ ਹੈ ਉਹ ਨਹੀਂ ਹੈ। ਦੈਟਸ ਵਾਈ ਉਹਨਾਂ ਦੇ ਅਕੋਰਡਿੰਗ ਅੰਤਰਰਾਸ਼ਟਰੀ ਪੱਧਰ 'ਤੇ ਆਰਜਕਤਾ ਹੈ ਕਿਉਂਕਿ ਰਾਜਾਂ ਦੇ ਵਿਵਹਾਰ ਨੂੰ ਨਿਯਮਬੱਧ ਕਰਨ ਦੇ ਲਈ ਕੋਈ ਹੋਰ ਤਾਕਤ ਅੰਤਰਰਾਸ਼ਟਰੀ ਪੱਧਰ 'ਤੇ ਨਹੀਂ ਹੈ। ਦੂਸਰੀ ਗੱਲ ਕਰਦੇ ਉਹ ਸਟੈਟਿਜ਼ਮ ਦੀ, ਜਿਸ ਵਿੱਚ ਉਹ ਕਹਿੰਦੇ ਕਿ ਸੋਵਰਨ ਨੇਸ਼ਨ ਸਟੇਟਸ ਜਿਹੜੇ ਆ ਉਹੀ ਮੇਨ ਐਕਟਰਸ ਨੇ ਅੰਤਰਰਾਸ਼ਟਰੀ ਰਾਜਨੀਤੀ ਦੇ। ਜਿੰਨੇ ਪ੍ਰਭੂ ਸੱਤਾ ਸੰਪੰਨ ਰਾਜ ਹੈ ਉਹੀ ਅੰਤਰਰਾਸ਼ਟਰੀ ਰਾਜਨੀਤੀ ਨੂੰ ਚਲਾ ਰਹੇ ਆ। ਉਹਦੇ ਨਾਲ ਹੀ ਜਿਹੜੀ ਆ ਰਾਜਨੀਤੀ ਚੱਲ ਰਹੀ ਹੈ, ਕੋਈ ਹੋਰ ਐਕਟਰ ਇੱਦਾਂ ਦਾ ਨਹੀਂ ਆ। ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਵੇਟੇਜ ਦਿੰਦੇ ਆ ਕਨੀਥ ਵਾਲਟੇਜ, ਜਦ ਕਿ ਹੰਸ ਜੀ ਮੋਰਗੈਂਥਿਊ ਦੇ ਸਿਧਾਂਤ ਵਿੱਚ ਸਾਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਹੋਂਦ ਬਿਲਕੁਲ ਨਹੀਂ ਨਜ਼ਰ ਆਉਂਦੀ। ਉਹ ਕਹਿੰਦੇ ਸਿਰਫ ਸੋਵਰਨ ਨੇਸ਼ਨ ਸਟੇਟਸ ਆ। ਬਟ ਕਨੀਥ ਵਾਲਟੇਜ ਜਿਹੜੇ ਆ ਉਹ ਗੱਲ ਕਰਦੇ ਆ ਇਹਦੀ ਸੋਵਰਨ ਨੇਸ਼ਨ ਸਟੇਟਸ ਦੀ। ਸੋਵਰਨ ਨੇਸ਼ਨ ਸਟੇਟਸ ਦੇ ਨਾਲ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੀ ਗੱਲ ਕਰਦੇ ਹੋ, ਪਰ ਕਹਿੰਦੇ ਆ ਕਿ ਪਰ ਜਿਹੜਾ ਮੇਨ ਐਕਟਰਸ ਹੈ ਉਹ ਜਿਹੜੇ ਨੇ ਸੋਵਰਨ ਨੇਸ਼ਨ ਸਟੇਟਸ ਹੀ ਹੈਗੇ ਆ। ਅਤੇ ਹਰ ਰਾਜ ਜਿਹੜਾ ਆ ਆਪਣੇ ਸਰਵਾਈਵਲ ਦੇ ਲਈ ਉੱਥੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਘੋਲ ਕਰ ਰਿਹਾ ਹੈ। ਸਟਰਗਲ ਫॉर ਪਾਵਰ ਹੈ ਕਹਿੰਦੇ ਐਟ ਦਾ ਇੰਟਰਨੈਸ਼ਨਲ ਲੈਵਲ। ਅਤੇ ਜਿਹੜੇ ਵੱਡੇ ਰਾਜ ਨੇ ਉਹ ਛੋਟੇ ਰਾਜਾਂ ਨੂੰ ਪ੍ਰਭਾਵਿਤ ਕਰ ਰਹੇ ਆ। ਔਰ ਜਿਹੜਾ ਹਰ ਰਾਜ ਛੋਟਾ ਰਾਜ ਕੋਸ਼ਿਸ਼ ਕਰ ਰਿਹਾ ਹੈ ਕਿ ਵੱਡੇ ਰਾਜ ਦਾ ਉਹਦੇ ਉੱਤੇ ਘੱਟ ਦਬਾਅ ਪਵੇ ਅਤੇ ਆਪਸ ਦੇ ਵਿੱਚ ਜਿਹੜੀ ਇੱਕ ਖਿੱਚੋਤਾਣੀ ਆਪਣੀ ਸ਼ਕਤੀ ਨੂੰ ਵਧਾਉਣ ਦੀ ਜਿਹੜੀ ਆ ਉਹ ਸੰਘਰਸ਼ ਚੱਲਦਾ ਹੀ ਪਿਆ ਆ ਸ਼ਕਤੀ ਨੂੰ ਲੈ ਕੇ ਐਟ ਦਾ ਇਨ ਦਾ ਇੰਟਰਨੈਸ਼ਨਲ ਪਲੇਗਰਾਊਂਡ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ ਜਿੱਥੇ ਆਰਜਕਤਾ ਆ। ਅਤੇ ਇਸ ਕਰਕੇ ਹਰ ਤਗੜੇ ਦਾ 27-100 ਹੋਣ ਕਰਕੇ ਹਰ ਰਾਜ ਜਿਹੜਾ ਆ ਉਹ ਆਪਣੀ ਸ਼ਕਤੀ ਲਈ ਸੰਘਰਸ਼ ਕਰ ਰਿਹਾ ਉੱਥੇ। ਅਤੇ ਜਿਹੜੇ ਤਗੜੇ ਆ ਉਹ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਕਾਮਯਾਬ, ਦੂਜੇ ਰਾਜਾਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਆ। ਸੈਲਫ ਹੈਲਪ ਕਰਨੀ ਪੈਂਦੀ ਆ।
ਸੋ ਜਿਹੜੇ ਰਾਜ ਹੈਗੇ ਆ ਉਹਨਾਂ ਨੂੰ ਆਪਣੀ ਹੈਲਪ ਕੋਈ ਜਿਵੇਂ ਅਸੀਂ ਇਹ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਉੱਪਰਲੇ ਪੱਧਰ 'ਤੇ ਕੋਈ ਇੱਦਾਂ ਦੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਾਂ ਗਵਰਨਮੈਂਟ ਨਹੀਂ ਹੈ ਜਿਹੜੇ ਰਾਜਾਂ ਦੇ ਬਿਹੇਵੀਅਰ ਨੂੰ ਰੈਗੂਲੇਟ ਕਰ ਸਕੇ। ਇਸ ਕਰਕੇ ਹਰ ਰਾਸ਼ਟਰ ਆਪਣੀ ਵੈਲਬੀਂਗ ਲਈ ਆਪ ਜ਼ਿੰਮੇਵਾਰ ਹੈ। ਤਾਂ ਉਹ ਇਨਸ਼ੋਰ ਕਰਦਾ ਹੈ ਕਿ ਉਹਦੀ ਜਿਹੜੀ ਕੋਈ ਵੀ ਬਾਕੀ ਕੋਈ ਪ੍ਰਭਾਵ ਨਾ ਪੈ ਸਕੇ ਉਹਦੇ ਉੱਪਰ। ਉਹ ਆਪਣੀ ਵੈਲਬੀਂਗ ਲਈ ਆਪੇ ਯਤਨਸ਼ੀਲ ਹੈ, ਆਪਣੀ ਹਿੱਤਾਂ ਦੀ ਰਾਖੀ ਆਪ ਕਰ ਰਿਹਾ ਆ, ਬਾਕੀਆਂ ਤੋਂ ਜਿਹੜਾ ਆ ਉਹ ਆਪਣੇ ਆਪ ਬਚਾਅ ਆਪ ਕਰ ਰਿਹਾ, ਆਪਣਾ ਸਰਵਾਈਵਲ ਆਪ ਕਰ ਰਿਹਾ। ਇਸ ਕਰਕੇ ਸਟੇਟ ਜਿਹੜੇ ਆ ਉਹ ਆਪਸ ਦੇ ਵਿੱਚ ਸੰਘਰਸ਼ ਕਰ ਰਹੇ ਆ, ਆਪਣੀ ਹੈਲਪ ਆਪ ਕਰ ਰਿਹਾ, ਕਿਉਂਕਿ ਕੋਈ ਰਾਜ ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਆਪਣੇ ਨੈਸ਼ਨਲ ਇੰਟਰਸਟ ਤੋਂ ਦੂਸਰੇ ਰਾਜ ਦੀ ਮਦਦ ਨਹੀਂ ਕਰੇਗਾ। ਜੇ ਰਾਜਾਂ ਦੇ ਰਾਸ਼ਟਰੀ ਹਿੱਤ ਦੇ ਵਿੱਚ ਉਹਨੂੰ ਲੱਗਦਾ ਹੈ ਕਿ ਮੈਂ ਅੱਜ ਇਸ ਰਾਜ ਦੀ ਹੈਲਪ ਕਰ ਰਿਹਾ, ਮੈਨੂੰ ਇਨ ਫਿਊਚਰ ਇਹ ਕੀਤੀ ਗਈ ਹੈਲਪ ਜਿਹੜੀ ਆ ਉਹ ਪੇ ਕਰੇਗੀ, ਤਾਂ ਉਹ ਹੈਲਪ ਕਰਦਾ। ਆਪਣੇ ਨੈਸ਼ਨਲ ਇੰਟਰਸਟ ਜਾਂ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਵਿੱਚ ਪਾ ਕੇ ਕਿਸੇ ਵੀ ਕੋਈ ਰਾਜ ਵੀ ਦੂਜੇ ਰਾਜ ਦੀ ਹੈਲਪ ਨਹੀਂ ਕਰਦਾ। ਇਸ ਕਰਕੇ ਹਰ ਰਾਜ ਆਪਣੀ ਮਦਦ ਉੱਥੇ ਆਪ ਕਰ ਰਿਹਾ ਹੈ। ਐਟ ਦਾ ਇੰਟਰਨੈਸ਼ਨਲ ਪਲੇਗਰਾਊਂਡ ਤਗੜੇ ਦਾ ਸੱਤੀ ਵੀ ਹੀ 100 ਹੈ, ਅਕੋਰਡਿੰਗ ਟੂ ਕਨੀਥ ਵੋਲਟੇਜ ਅੱਗੋਂ ਜਾ ਕੇ ਲਿਖਦੇ ਪਏ ਆ ਕਿ ਆਪਾਂ ਗੱਲ ਕਰ ਚੁੱਕੇ ਆ ਕਿ ਪੂਰਾ ਸੰਸਾਰ ਯੂਨਿਟਸ ਤੇ ਸਬ ਯੂਨਿਟਸ ਦੇ ਵਿੱਚ ਵੰਡਿਆ ਹੋਇਆ ਆ। ਇਹ ਕਨੀਥ ਵੋਲਟੇਜ ਜਿਹੜਾ ਹੈ ਨਿਊਰਲੀਜ਼ਮ, ਇਹਨੂੰ ਤਾਂ ਹੀ ਕਿਹਾ ਜਾਂਦਾ ਹੈ ਕਿ ਕਈ ਗੱਲਾਂ ਜਿਹੜੀਆਂ ਆ ਉਹ ਰੀਅਲਿਜ਼ਮ ਦੇ ਵਿੱਚ ਨਵੀਆਂ ਕੀਤੀਆਂ ਜਾ ਰਹੀਆਂ, ਜਿਵੇਂ ਕਿ ਅਨਾਰਕੀ, ਸਟੈਟਿਜ਼ਮ, ਸਰਵਾਈਵਲ, ਸੈਲਫ ਹੈਲਪ, ਸਟਰਕਚਰਲਿਜ਼ਮ। ਜਦਕਿ ਪੁਰਾਣੀ ਗੱਲ ਉਹੀ ਹੈ, ਨੈਸ਼ਨਲ ਇੰਟਰਸਟ ਹੈ। ਰਾਜ ਜਿਹੜਾ ਹੈ ਆਪਣੇ ਰਾਸ਼ਟਰੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਹੀ ਕੰਮ ਕਰਦਾ ਹੈ। ਇਸ ਕਰਕੇ ਕਿਉਂਕਿ ਸੋਵਰਨ ਨੇਸ਼ਨ ਸਟੇਟਸ ਮੇਨ ਐਕਟਰਸ ਹੈ ਇੰਟਰਨੈਸ਼ਨਲ ਪੋਲੀਟਿਕਸ ਦੇ, ਔਰ ਦੇ ਆਰ ਰੈਸ਼ਨਲ ਐਕਟਰਸ। ਜਿਹੜੀ ਉਹ ਇਹ ਗੱਲ ਕਰ ਰਿਹਾ ਕਿ ਉਹ ਰੈਸ਼ਨਲ ਨੇ, ਬੜੀ ਤਰਕ ਦੇ ਆਧਾਰ 'ਤੇ ਆਪਣੇ ਨਿਰਣੇ ਲੈਂਦੇ ਨੇ। ਉਹਨਾਂ ਦੇ ਲਈ ਜਿਹੜਾ ਆ ਉਹ ਜਦੋਂ ਉਹ ਨਿਰਣੇ ਆਪਣੇ ਲੈਂਦੇ ਆ ਤਾਂ ਉਹ ਦੂਸਰੇ ਰਾਸ਼ਟਰਾਂ ਵਾਸਤੇ ਨਹੀਂ ਸੋਚਦੇ। ਉਹਨਾਂ ਲਈ ਸਭ ਤੋਂ ਮੇਨ ਫੋਕਸ ਉਹਨਾਂ ਦਾ ਨੈਸ਼ਨਲ ਇੰਟਰਸਟ ਐਂਡ ਨੈਸ਼ਨਲ ਸਿਕਿਉਰਿਟੀ ਹੈ। ਉਹ ਆਪਣੀ ਸਿਕਿਉਰਿਟੀ ਨੂੰ ਕਦੀ ਕੰਪਰੋਮਾਈਜ਼ ਨਹੀਂ ਕਰਨਗੇ, ਨੈਸ਼ਨਲ ਇੰਟਰਸਟ ਨੂੰ ਕਦੀ ਕੰਪਰੋਮਾਈਜ਼ ਨਹੀਂ ਕਰਨਗੇ, ਨੈਸ਼ਨਲ ਪਾਵਰ ਨੂੰ ਕਦੀ ਕੰਪਰੋਮਾਈਜ਼ ਨਹੀਂ ਕਰਨਗੇ। ਜਿਵੇਂ ਕਿ ਰਾਜ ਜਿਹੜੇ ਆ, ਕੋਈ ਰਾਜ ਨਾਟੋ ਜੁਆਇਨ ਕਰ ਰਿਹਾ, ਕੋਈ ਸੀਟੋ ਕਰ ਰਿਹਾ ਹੈ, ਉਹ ਨਹੀਂ, ਉਹ ਕਦੀ ਵੀ ਉਹ ਇਸ ਤਰ੍ਹਾਂ ਨਹੀਂ ਵੇਖਣਗੇ ਕਿ ਜੇ ਤਾਂ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਉਹਦੇ ਵਿੱਚ ਆ ਤਾਂ ਨੈਚੁਰਲੀ ਉਹਨੂੰ ਪ੍ਰਭਾਵਿਤ ਕਰਨਗੇ। ਹੁਣ ਭਾਰਤ ਨੇ ਅਗਰ ਨੈਮ ਜੁਆਇਨ ਕੀਤਾ ਤਾਂ ਉਹਦਾ ਨੈਸ਼ਨਲ ਇੰਟਰਸਟ ਨੈਮ ਦੇ ਵਿੱਚ ਸੀਗਾ। ਸੋ ਰੈਸ਼ਨਲ ਐਕਟਰ ਹੈ ਰਾਜ। ਕਦੀ ਵੀ ਜਿਹੜਾ ਆ ਉਹ ਆਪਣੇ ਆਪ ਦੇ ਲੌਸਿਸ ਉਹ ਡਿਸੀਜ਼ਨ ਨਹੀਂ ਲੈਣਗੇ ਜਿਹਦੇ ਨਾਲ ਰਾਜਾਂ ਦਾ ਕੋਈ ਵੀ ਨੁਕਸਾਨ ਹੋਵੇ। ਤੋ ਜਿਹੜੇ ਮੇਨ ਐਕਟਰਸ ਹੈ ਉਹ ਨੈਸ਼ਨਲ ਸੋਵਰਨ ਨੇਸ਼ਨ ਸਟੇਟਸ ਹੈ। ਉਹ ਜਦੋਂ ਵੀ ਕੋਈ ਡਿਸੀਜ਼ਨ ਲੈਂਦੇ ਨੇ ਉਹ ਆਪਣੇ ਬੈਨੀਫਿਟ ਨੂੰ ਮੈਕਸੀਮਾਈਜ਼ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਫਾਇਦਾ ਹੋ ਸਕੇ, ਘੱਟ ਤੋਂ ਘੱਟ ਉਹਨਾਂ ਨੂੰ ਲਾਸ ਹੋ ਸਕੇ। ਇਸ ਲਈ ਉਹ ਬਾਰਗੇਨਿੰਗ ਕਰਦੇ ਇੱਕ ਦੂਸਰੇ ਨਾਲ। ਅਤੇ ਉੱਥੇ ਸਾਰਾ ਕੁਝ ਇਵੇਂ ਹੀ ਚੱਲਦਾ ਆ। ਜਦੋਂ ਉਹ ਸਿਕਿਉਰਿਟੀ ਡਾਇਲਮਾ ਉਹਨਾਂ ਦਾ ਮੇਨ ਫੋਕਸ ਰਹਿੰਦਾ ਹੈ ਕਿ ਸਿਕਿਉਰਿਟੀ ਕਦੀ ਵੀ ਸਟੇਟ ਦੀ ਕੰਪਰੋਮਾਈਜ਼ ਨਹੀਂ ਹੋਣੀ ਚਾਹੀਦੀ, ਉਹ ਉਹਨੂੰ ਲੈ ਕੇ ਹੀ ਚੱਲਦੇ ਆ। ਜਿਵੇਂ ਕਿ ਜਿਹੜੇ ਸਟੇਟਸ ਹੈਗੇ ਆ ਉਹਨਾਂ ਨੇ ਪ੍ਰੈਸ਼ਰ ਪਾ ਰਹੇ ਆ ਰੈਸ਼ਨਲ ਸਟੇਟ ਆਪਣੇ ਯੂਨਾਈਟਿਡ ਨੇਸ਼ਨਸ ਦੇ ਕਿ ਉਹਨਾਂ ਨੂੰ ਜਿੰਨੇ ਵੀ ਥਰਡ ਵਰਲਡ ਨੇਸ਼ਨ ਆ, ਮੇਨ ਪਾਵਰਸ ਹੈ, ਭਾਰਤ ਉਹਨਾਂ 'ਚੋਂ ਇੱਕ ਹੈ, ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਸਟਰਕਚਰ ਜਿਹੜਾ ਆ ਉਹ ਉਹਨੂੰ ਸੁਧਾਰਿਆ ਜਾਵੇ, ਉਹਦੇ ਨਾਲ ਕੀਤਾ ਤਾਂ ਕਿ ਉਹ ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਪਰਮਾਨੈਂਟ ਮੈਂਬਰ ਬਣ ਸਕਣ। ਇਸੇ ਤਰ੍ਹਾਂ ਹੀ ਜਦੋਂ ਭਾਰਤ ਜਿਹੜਾ ਆ ਉਹ ਰੈਸ਼ਨਲ ਐਕਟਰ ਹੋਣ ਦੀ ਬਜਾਏ ਉਹ ਨਾ ਤਾਂ ਨਾਟੋ ਜੁਆਇਨ ਕਰਦਾ ਹੈ, ਨਾ ਵਾਰਸਾ ਪੈਕਟ ਜੁਆਇਨ ਕਰਦਾ ਹੈ, ਨੈਮ ਨੂੰ ਰੱਖਦਾ, ਉਹਦੇ ਕੋਲ ਇੱਕ ਆਪਸ਼ਨ ਰਹਿ ਜਾਂਦੀ ਹੈ ਕਿ ਆਪਣੇ ਗੁਆਂਢੀ ਮੁਲਕ ਨਾਲ ਨਹੀਂ ਵਿਗਾੜਦਾ। ਔਰ ਲੇਟਰ ਸਟੇਜ 'ਤੇ ਉਹ 1971 ਦੇ ਵਿੱਚ ਰੂਸ ਦੇ ਨਾਲ ਇੱਕ ਸੰਧੀ ਵੀ ਕਰ ਲੈਂਦੇ ਆ। ਤਾਂ ਸਿਮਿਲਰਲੀ ਜਿਹੜਾ
ਪਾਕਿਸਤਾਨ ਹੈ ਉਹ ਅਮਰੀਕਾ ਦੇ ਜ਼ਿਆਦਾ ਨੇੜੇ ਚੱਲ ਜਾਂਦਾ ਅਤੇ ਭਾਰਤ ਜਿਹੜਾ ਆ ਉਹ ਰੂਸ ਦੇ ਜ਼ਿਆਦਾ ਨੇੜੇ ਹੁੰਦਾ। ਇੱਕ ਬੈਲੈਂਸ ਵੀ ਹੋ ਜਾਂਦਾ, ਜਿਹਦੇ ਨਾਲ ਭਾਰਤ ਨੂੰ ਲੱਗਦਾ ਹੈ ਕਿ ਹੁਣ ਛੇਤੀ ਕੀਤਿਆਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਕੋਈ ਖਤਰਾ ਨਹੀਂ ਆਵੇਗਾ। ਤੋ ਇਹ ਜਿਹੜੇ ਰਾਜ ਨੇ ਉਹ ਇੱਕ ਰੈਸ਼ਨਲ ਐਕਟਰ ਨੇ, ਉਹ ਕੰਮ ਕਦੀ ਨਹੀਂ ਕਰਦੇ ਕਿ ਜਿਹਦੇ ਨਾਲ ਉਹਨਾਂ ਦਾ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਹੋਵੇ, ਉਹਨਾਂ ਦੇ ਜਿਹੜੇ ਲਾਸ ਉਹਨਾਂ ਨੂੰ ਹੋਵੇ ਕਿਸੇ ਵੀ ਤਰ੍ਹਾਂ ਦਾ। तो ਭਾਰਤ ਅਗਰ ਇਰਾਕ ਉੱਪਰ ਵਾਰ ਹੋ ਰਹੀ ਆ ਤੇ ਅਮਰੀਕਾ ਦੀ ਆਲੋਚਨਾ ਕਰਦਾ ਆ ਭਾਰਤ, ਤਾਂ ਉਸ ਟਾਈਮ 'ਤੇ ਇਹ ਅੰਡਰਸਟੂਡ ਗੱਲ ਹੁੰਦੀ ਆ ਕਿ ਭਾਰਤ ਜਿਹੜਾ ਆ ਉਹ ਗਲਫ ਨੇਸ਼ਨਸ ਦੇ ਨਾਲ ਵੀ ਇੱਕ ਇੰਡੀਪੈਂਡੈਂਟ ਫੋਰਨ ਪੋਲਿਸੀ ਰੱਖਦਾ ਹੈ। ਭਾਰਤ ਜਿਹੜਾ ਹੈ ਉਹਦੇ ਵਿੱਚ ਇਹ ਗੱਲ ਜ਼ਰੂਰ ਕਹਿ ਦਿੰਦਾ ਹੈ ਕਿ ਜਿਹੜਾ ਇਰਾਕ ਦਾ ਅਟੈਕ ਹੈ ਕੁਵੈਤ 'ਤੇ ਉਹ ਇਮੋਰਲ ਹੈ, ਪਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਪ੍ਰੇਜ਼ ਨਹੀਂ ਕਰਦਾ ਅਮਰੀਕਨ ਐਕਸ਼ਨ ਦੀ। ਉਹ ਇਸ ਕਰਕੇ ਭਾਰਤ ਇੱਕ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰਦੇ ਆ ਥਰੂ ਡਿਪਲੋਮੇਸੀ ਜਿਹੜੇ ਸਟੇਟਸ ਹੈਗੇ ਆ। ਤੋ ਉਹ ਆਪਣੇ ਬੈਨੀਫਿਟਸ ਨੂੰ ਕਦੀ ਵੀ ਕੰਪਰੋਮਾਈਜ਼ ਨਹੀਂ ਕਰਦੇ, ਕਿਉਂਕਿ ਇਹ ਸਟੇਟ ਜਿਹੜੇ ਆ ਉਹ ਆਪਣੀ ਰਾਸ਼ਟਰੀ ਸ਼ਕਤੀ ਜਿੰਨੇ ਜ਼ਿਆਦਾ ਇਕਨੋਮਿਕਲੀ ਪਾਵਰਫੁਲ ਹੋਣਗੇ ਉਨੇ ਜ਼ਿਆਦਾ ਹੀ ਉਹ ਜਿਹੜੇ ਆ ਉਹਨਾਂ ਦੀ ਰਾਸ਼ਟਰੀ ਜਿਹੜੀ ਸ਼ਕਤੀ ਆ ਉਹ ਵਧੇਗੀ ਅਤੇ ਉਹਨਾਂ ਦੇ ਰਾਸ਼ਟਰੀ ਹਿੱਤ ਸਿਕਿਉਰ ਹੋ ਸਕਣਗੇ। ਉਹ ਆਪਣੇ ਸਰਵਾਈਵਲ ਉਹ ਆਪਣੇ ਸਰਵਾਈਵਲ ਅਤੇ ਸਿਕਿਉਰਿਟੀ ਨੂੰ ਕਦੀ ਕੰਪਰੋਮਾਈਜ਼ ਨਹੀਂ ਕਰਦੇ। ਤੋ ਜਿਹੜੀ ਆ ਐਨਾਰਕੀਅਲ ਸੁਸਾਇਟੀ ਹੋਣ ਕਰਕੇ ਜਿਹੜਾ ਆ ਅੱਜ ਦਾ ਜੇ ਵੇਖਿਆ ਜਾਵੇ ਤਾਂ ਯੁੱਗ ਜਿਹੜਾ ਆ ਉਹ ਇੱਕ ਜ਼ਿਆਦਾਤਰ ਜਿਹੜੀਆਂ ਡੈਮੋਕ੍ਰੈਟਿਕ ਜਿਹੜਾ ਆ ਉਹ ਡੈਮੋਕ੍ਰੇਸੀ ਦਾ ਯੁੱਗ ਹੈ। ਸੋ ਜ਼ਿਆਦਾਤਰ ਰਾਜ ਜਿਹੜੇ ਉਹ ਡੈਮੋਕ੍ਰੇਸੀ ਨੂੰ ਆਪਟ ਕਰ ਰਹੇ ਆ। ਤੋ ਇਹ ਮੰਨਿਆ ਜਾਂਦਾ ਆ ਕਿ ਜਦੋਂ ਰਾਜ ਦਾ ਕੋਈ ਪਰਮਾਨੈਂਟ ਐਨਮੀ ਅਤੇ ਕੋਈ ਪਰਮਾਨੈਂਟ ਫਰੈਂਡ ਹੈ ਨਹੀਂ। ਜੇ ਦੇਖਿਆ ਜਾਵੇ ਤਾਂ ਚਾਈਨਾ ਪਹਿਲਾਂ ਫਰੈਂਡ ਸੀਗਾ USSR ਦਾ, ਲੇਟਰ ਸਟੇਜ 'ਤੇ ਉਹ ਜ਼ਿਆਦਾ ਫਰੈਂਡ ਕਿਹਦੇ ਵੱਲ ਹੋ ਗਿਆ, US ਦਾ। ਤੋ ਇਹ ਨਹੀਂ ਮੰਨਿਆ ਜਾਂਦਾ, ਇਹ ਨਹੀਂ ਕਹਿ ਸਕਦੇ ਅਸੀਂ ਕਿ ਜਿਹੜਾ ਅੱਜ ਸਾਡਾ ਮਿੱਤਰ ਹੈ ਕੱਲ੍ਹ ਵੀ ਸਾਡਾ ਮਿੱਤਰ ਹੀ ਰਹੇਗਾ। ਚਾਈਨਾ ਦੀ ਐਗਜ਼ਾਮਪਲ ਹੀ ਦਿੰਦੇ ਹਾਂ। 1962 ਤੋਂ ਪਹਿਲਾਂ ਚਾਈਨਾ ਇੰਡੀਆ ਦਾ ਮਿੱਤਰ ਸੀਗਾ, ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲੱਗ ਰਹੇ ਸੀਗੇ। ਉਸ ਤੋਂ ਬਾਅਦ ਜਿਹੜਾ ਚਾਈਨਾ ਹੈ ਭਾਰਤ ਦਾ ਖਿਲਾਫਤ ਦੇ ਵਿੱਚ ਆ ਜਾਂਦਾ ਆ ਔਰ ਭਾਰਤ ਦਾ ਇੱਕ ਦੁਸ਼ਮਣ ਬਣ ਜਾਂਦਾ ਆ। ਸੋ ਇਸ ਟਾਈਮ 'ਤੇ ਅਗਰ ਵੇਖਿਆ ਜਾਵੇ ਤੋ ਜਿਹੜਾ ਤੁਹਾਡਾ ਅੱਜ ਦੋਸਤ ਹੈ ਉਹ ਤੁਹਾਡਾ ਕੱਲ੍ਹ ਦੁਸ਼ਮਣ ਹੋ ਸਕਦਾ, ਜਿਹੜਾ ਕੱਲ੍ਹ ਦੁਸ਼ਮਣ ਹੈ ਉਹ ਤੁਹਾਡਾ ਅੱਜ ਦੋਸਤ ਹੋ ਸਕਦਾ। ਸੋ ਫਿਊਚਰ ਦੇ ਵਿੱਚ ਕੋਈ ਰਾਜ ਦੀ ਬਿਹੇਵੀਅਰ ਨੂੰ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਸੋ ਜਿਹੜੀ ਅੱਜ ਦਾ ਯੁੱਗ ਹੈ ਜ਼ਿਆਦਾ ਡੈਮੋਕ੍ਰੈਟਿਕ ਨੇਸ਼ਨਸ ਜਿਹੜੇ ਆ ਉਹ ਹੈਗੇ ਆ, ਪਰ ਫਿਰ ਵੀ ਕਈ ਰਾਜ ਜਿਹੜੇ ਆ ਉਹ ਆਪਣੀ ਦੇਖਿਆ ਜਾਵੇ ਤਾਂ ਆਪਣਾ ਇੰਡੀਪੈਂਡੈਂਟ ਸਟੇਟਸ ਲੈ ਕੇ ਚੱਲ ਰਿਹਾ। ਸੋਸ਼ਲਿਸਟ ਨੇਸ਼ਨ ਰੂਸ ਹੈ, ਚਾਈਨਾ ਹੈ, ਜਿਹੜੇ ਕਿਊਬਾ ਹੈ, ਵੀਅਤਨਾਮ ਹੈ, ਉਹ ਆਪਣੇ ਸਰਵਾਈਵਲ ਲਈ ਜਿਹੜੇ ਆ ਉਹ ਆਪਣੀ ਸਿਕਿਉਰਿਟੀ ਨੂੰ ਧਿਆਨ 'ਚ ਰੱਖਦਿਆਂ ਹੋਏ ਉਹਨਾਂ ਨੇ ਆਪਣੀ ਆਈਡੀਓਲੋਜੀ ਨੂੰ ਗਿਵ ਅਪ ਨਹੀਂ ਕੀਤਾ। ਹਾਲਾਂਕਿ ਸਾਰੇ ਰਾਜ ਜਿਹੜੇ ਆ ਉਹ ਤਕਰੀਬਨ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਆਪਟ ਕਰ ਚੁੱਕੇ ਆ, ਪਰ ਜਿਹੜੇ ਕਈ ਸਟੇਟਸ ਨੇ ਉਹ ਆਪਣੇ ਆਪ ਨੂੰ ਉਹ ਪਹਿਲਾਂ ਉਹਨਾਂ ਨੇ ਕੀ ਦੇਖਣਾ, ਆਪਣਾ ਹਿੱਤ ਵੇਖਣਾ, ਆਪਣਾ ਸਰਵਾਈਵਲ ਵੇਖਣੀ, ਆਪਣੀ ਸਿਕਿਉਰਿਟੀ ਦੇਖਣੀ ਆ। ਰਾਜ ਜਿਹੜੇ ਆ ਕਦੀ ਵੀ ਆਪਣੀ ਸਿਕਿਉਰਿਟੀ ਅਤੇ ਸਰਵਾਈਵਲ ਨੂੰ ਜਿਹੜਾ ਆ ਉਹ ਇਗਨੋਰ ਨਹੀਂ ਕਰਦੇ। ਤਾਂ ਨੈਚੁਰਲੀ ਉਹ ਆਈਡੀਓਲੋਜੀ ਉਹਨਾਂ ਲਈ ਮੈਟਰ ਨਹੀਂ ਕਰਦੀ। ਜਿਵੇਂ ਰਾਜਾ ਨੇ ਫਟਾਫਟ ਜਦੋਂ ਰੂਸ ਦਾ ਡਿਮਾਈਜ਼ ਹੁੰਦਾ 1991 ਦੇ ਵਿੱਚ, ਰਾਜ ਫਟਾਫਟ ਆਪਣੇ 16 ਰਾਜਾਂ ਦਾ ਨਵਾਂ ਜਨਮ ਹੁੰਦਾ ਉਹ ਵੀ ਡੈਮੋਕ੍ਰੇਸੀ ਆਪਟ ਕਰ ਲੈਂਦੇ ਆ। ਬਾਅਦ ਵਿੱਚ ਜਿਹੜੇ ਰੂਸ ਦੇ ਨਾਲ ਵਾਰਸਾ ਪੈਕਟ ਜਦੋਂ ਟੁੱਟਦਾ ਆ ਉਹ ਰਾਜ ਫਟਾਫਟ ਡੈਮੋਕ੍ਰੇਸੀ ਜੁਆਇਨ ਕਰ ਲੈਂਦੇ ਆ, ਡੈਮੋਕ੍ਰੇਸੀ ਆਪਟ ਕਰ ਲੈਂਦੇ ਆ। ਉਹ ਰਾਜ ਜਿਹੜੇ ਨੇ ਆਪਣੀ ਸਿਕਿਉਰਿਟੀ ਨੂੰ ਆਪਣੇ ਸਰਵਾਈਵਲ ਨੂੰ ਲੈ ਕੇ ਕਰਦੇ ਆ। ਰਾਜ ਜਿਹੜੇ ਆ ਉਹਨਾਂ ਦੇ ਹਿੱਤ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ। ਜਿਵੇਂ ਜਿਵੇਂ ਰਾਜਾਂ ਦੇ ਹਿੱਤ ਬਦਲਦੇ ਰਹਿੰਦੇ ਆ ਤਿਵੇਂ ਤਿਵੇਂ ਰਾਜਾਂ ਦੇ ਡਿਸੀਜ਼ਨਸ ਜਿਹੜੇ ਆ ਬਦਲਦੇ ਰਹਿੰਦੇ ਆ। ਸੋ ਰਾਜਾਂ ਦਾ ਸਾਰਾ ਐਕਸ਼ਨ ਉਹਨਾਂ ਦੇ ਸਰਵਾਈਵਲ ਨੂੰ ਅਤੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਹੀ ਹੁੰਦਾ ਹੈ। ਰਾਜ ਕਦੀ ਆਪਣੇ ਸਰਵਾਈਵਲ ਅਤੇ ਸਿਕਿਉਰਿਟੀ ਨੂੰ ਕੰਪਰੋਮਾਈਜ਼
ਨਹੀਂ ਕਰਦੇ ਅਕੋਰਡਿੰਗ ਟੂ ਕਨੀਥ ਵੋਲਟੇਜ। ਐਂਡ ਉਹਨਾਂ ਦਾ ਰਾਜਾਂ ਦਾ ਕੋਈ ਪਰਮਾਨੈਂਟ ਫਰੈਂਡ ਤੇ ਕੋਈ ਪਰਮਾਨੈਂਟ ਐਨਮੀ ਨਹੀਂ ਹੁੰਦਾ। ਇਸ ਕਰਕੇ ਰਾਜ, ਕਿਉਂਕਿ ਰਾਜ ਆਪਣੇ ਹਿੱਤਾਂ ਤੋਂ ਪ੍ਰੇਰਿਤ ਹੁੰਦੇ ਆ ਤੇ ਨੈਸ਼ਨਲ ਇੰਟਰਸਟਸ ਆਰ ਡਾਇਨੈਮਿਕ, ਉਹ ਬਦਲਦੇ ਰਹਿੰਦੇ ਸਮੇਂ ਨਾਲ। ਇਸੇ ਤਰ੍ਹਾਂ ਹੀ ਰਾਜਾਂ ਦੇ ਮਿੱਤਰ ਤੇ ਦੋਸਤ ਵੀ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ। ਤਾਂ ਮੇਨ ਫੋਕਸ ਰਾਜਾਂ ਦਾ ਉਹਨਾਂ ਦੇ ਨੈਸ਼ਨਲ ਇੰਟਰਸਟ, ਸਿਕਿਉਰਿਟੀ ਐਂਡ ਸਰਵਾਈਵਲ ਰਹਿੰਦਾ ਹੈ। ਸੋ ਜਿਹੜੀ ਨਵੀਂ ਗੱਲ ਰੀਅਲਿਜ਼ਮ 'ਚ ਆ ਰਹੀ ਆ ਉਹ ਇੱਕ ਹੋਰ ਨਵੀਂ ਗੱਲ ਹੈ, ਦੈਟ ਇਜ਼ ਇੰਟਰਨੈਸ਼ਨਲ ऑर्गेनाइजेशन कि बहुत सारे प्लूरल एक्टर्स एट द इंटरनेशनल प्लेग्राउंड सॉवरन नेशन स्टेट्स तो इलावा होर एक्टर्स है जिमें कि नाटो, यूरोपियन यूनियन, एशियान, यूनाइटेड नेशन होर बड़े इंटरनेशनल एक्टर्स हैं ਜਿਹੜੇ ਕਿ ਇੰਟਰਨੈਸ਼ਨਲ ਪੋਲੀਟਿਕਸ ਦੇ ਉੱਪਰ ਪ੍ਰਭਾਵਿਤ ਪਾ ਰਹੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਹੋਰ ਹੈਗੀਆਂ ਹੈ, ਜਿਨ੍ਹਾਂ ਦੀ ਗੱਲ ਪਹਿਲਾਂ ਰੀਅਲਿਜ਼ਮ ਵੱਲੋਂ ਨਹੀਂ ਕੀਤੀ ਗਈ। ਨਿਊ ਰੀਅਲਿਜ਼ਮ ਇਸ ਗੱਲ ਨੂੰ ਜਿਹੜਾ ਆ ਕਨੀਥ ਵੋਲਟੇਜ ਜਿਹੜਾ ਇਸ ਉੱਪਰ ਫੋਕਸ ਕਰ ਰਿਹਾ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਇੰਟਰਨੈਸ਼ਨਲ ਇੰਸਟੀਟਿਊਸ਼ਨਸ ਵੀ ਇੰਟਰਨੈਸ਼ਨਲ ਪਲੇਗਰਾਊਂਡ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ। ਸੋ ਜਿਹੜਾ ਕੰਟੈਂਪਰੇਰੀ ਵਰਲਡ ਹੈ, ਗਲੋਬਲਾਈਜ਼ਡ ਵਰਲਡ ਹੈ, ਉਹਦੇ ਵਿੱਚ ਰਾਜ ਇੱਕ ਦੂਸਰੇ ਉੱਪਰ ਇੰਟਰਡਿਪੈਂਡੈਂਟ ਹੈ। ਸਾਰੇ ਰਾਜ ਜਿਹੜੇ ਆ ਉਹ ਇੱਕ ਦੂਸਰੇ ਦੇ ਨਾਲ ਲੜਾਈ ਝਗੜਾ ਜਾਂ ਬਾਕੀ ਨਹੀਂ ਚੱਲ ਰਿਹਾ, ਪਰ ਰਾਜ ਜਿਹੜੇ ਆ ਇੱਕ ਦੂਸਰੇ ਉੱਪਰ ਇੰਟਰਡਿਪੈਂਡੈਂਟ ਹੈਗੇ ਆ। ਔਰ ਇੰਟਰਡਿਪੈਂਡੈਂਸੀ ਜਿਹੜੀ ਆ ਉਹ ਜਿਹੜੀ ਆ ਵਾਰ ਨੂੰ ਘਟਾ ਰਹੀ ਹੈ। ਔਰ ਜਿਹੜਾ ਨੈਗੇਟਿਵ ਪੋਜ਼ੀਟਿਵ ਸਾਈਡ ਹੈ ਕਿ ਵਾਰ ਘਟ ਰਹੀ ਹੈ ਅਤੇ ਜਿਹੜਾ ਰਾਜ ਇੱਕ ਦੂਸਰੇ ਦੇ ਹੋਰ ਨੇੜੇ ਆ ਰਹੇ ਨੇ ਔਰ ਇੱਕ ਦੂਸਰੇ ਉੱਪਰ ਅੰਤਰ ਨਿਰਭਰ ਕਰ ਰਹੇ ਆ। ਸੋ ਜਿਹੜੀ ਲਾਸਟ ਬਟ ਨਾਟ ਦ ਲੀਸਟ ਜਿਹੜੀ ਗੱਲ ਉੱਪਰ ਫੋਕਸ ਕਰ ਰਹੇ ਆ ਕਨੀਥ ਵੋਲਟੇਜ, ਦੈਟ ਇਜ਼ ਕਿ ਡੈਮੋਕ੍ਰੇਸੀ ਜਿਹੜੀ ਆ ਉਹ ਐਕਸਪੈਂਸ਼ਨ ਹੋ ਰਹੀ ਆ। ਡੈਮੋਕ੍ਰੇਸੀ ਵੱਧ ਰਹੀ ਹੈ। ਦੂਸਰੇ ਜਿਹੜੇ ਸਟੇਟਸ ਨੇ, ਜਿੰਨੇ ਵੀ ਨਵੇਂ ਰਾਜ ਉੱਭਰੇ ਆ, ਰੂਸ 'ਚੋਂ ਨਿਕਲੇ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਾਂ ਜਿਹੜੇ ਨਵੇਂ ਰਾਜ ਹੋਰ ਨਵੇਂ ਇੰਡੀਪੈਂਡੈਂਟ ਰਾਜ ਆ ਰਹੇ ਆ ਇੰਟਰਨੈਸ਼ਨਲ ਪਲੇਗਰਾਊਂਡ ਦੇ ਵਿੱਚ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ, ਸੁਸਾਇਟੀ 'ਚ ਆ ਰਹੇ ਆ ਹੋਂਦ ਦੇ ਵਿੱਚ, ਉਹ ਸਾਰੇ ਰਾਜ ਤੱਕ ਮੋਸਟ ਪ੍ਰੋਬੇਬਲੀ ਸਾਰੇ ਰਾਜ ਆਪਟ ਕਰ ਰਹੇ ਆ ਡੈਮੋਕ੍ਰੇਸੀ। ਸੋ ਡੈਮੋਕ੍ਰੇਸੀ ਜਿਹੜੀ ਹੈ ਇੱਕ ਬਹੁਤ ਵਾਈਡ ਸਪਰੈਡ ਫਿਨੋਮੀਨਨ ਹੈਗਾ ਇੰਟਰਨੈਸ਼ਨਲ ਪੋਲੀਟਿਕਸ ਦਾ। ਸੋ ਇਹ ਜਿਹੜੀ ਆ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਆ। ਅਤੇ ਨਿਊ ਰੀਅਲਿਜ਼ਮ ਦੇ ਵਿੱਚ ਇੱਕ ਜਿਹੜੀ ਹੈ ਨਵੀਂ ਥਿੰਕਿੰਗ ਨਵਾਂ ਜਿਹੜੀ ਪ੍ਰਭਾਵਿਤ ਹੋਰ ਤੱਤ ਹੋ ਰਿਹਾ ਹੈ, ਉਹ ਨਿਊ ਰੀਅਲਿਜ਼ਮ ਦੇ ਵਿੱਚ ਨਵੇਂ ਥਿੰਕਰ ਹੈਗੇ ਇੱਕ ਜੌਨ ਜੇ ਮੇਅਰਸ਼ਿਮਰ। ਉਹ ਕਨੀਥ ਵੋਲਟੇਜ ਤੋਂ ਵੀ ਪਰਾਂ ਹਟ ਕੇ ਨਵੀਂ ਗੱਲ ਕਰ ਰਹੇ ਆ। ਓਫੈਂਸਿਵ ਅਤੇ ਡਿਫੈਂਸਿਵ ਰੀਅਲਿਜ਼ਮ ਵੀ ਜੌਨ ਦੇ ਰੀਅਲਿਜ਼ਮ ਨੂੰ ਕਿਹਾ ਜਾਂਦਾ ਆ। ਉਹਨਾਂ ਦੇ ਅਕੋਰਡਿੰਗ ਜਿਹੜਾ ਰੀਅਲਿਜ਼ਮ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਸਮ ਆਰ ਬਿਗ ਪਾਵਰਸ, ਸਮ ਆਰ ਸਮਾਲ ਪਾਵਰਸ। ਜਿਹੜੇ ਬਿਗ ਪਾਵਰਸ ਨੇ, ਗ੍ਰੇਟ ਪਾਵਰਸ ਨੇ, ਉਹ ਓਫੈਂਸਿਵ ਨੇ, ਹਮਲਾਵਰ ਰਾਸ਼ਟਰ ਨੇ। ਕਿਉਂਕਿ ਪਹਿਲਾਂ ਆਪਾਂ ਗੱਲ ਦੇਖ ਚੁੱਕੇ ਹਾਂ, ਐਨਾਰਕੀ ਨੂੰ ਇਹ ਮੰਨ ਲਿਆ, ਦੇਰ ਇਜ਼ ਅ ਐਨਾਰਕੀਅਲ ਸਿਸਟਮ ਐਟ ਦ ਇੰਟਰਨੈਸ਼ਨਲ ਲੈਵਲ। ਇਹ ਕਨੀਥ ਵੋਲਟੇਜ ਨਾਲੋਂ ਭਿੰਨ ਇਹਨਾਂ ਦਾ ਰੀਅਲਿਜ਼ਮ ਸਿਰਫ ਇਸ ਕਰਕੇ ਹੀ ਆ ਕਿਉਂਕਿ ਇਹ ਓਫੈਂਸਿਵ ਅਤੇ ਡਿਫੈਂਸਿਵ ਰੀਅਲਿਜ਼ਮ ਦੀ ਗੱਲ ਕਰਦੇ। ਬਾਕੀ ਸਾਰੀਆਂ ਜਿਹੜੇ ਰੀਅਲਿਜ਼ਮ ਨਿਊ ਰੀਅਲਿਜ਼ਮ ਵਾਲੇ ਸੇਮ ਪੁਆਇੰਟ ਹੈ ਕਿ ਦੇਰ ਇਜ਼ ਅ ਐਨਾਰਕੀ ਐਟ ਦ ਇੰਟਰਨੈਸ਼ਨਲ ਲੈਵਲ। ਕਿਉਂਕਿ ਐਨਾਰਕੀ ਹੈ, ਕੋਈ ਵੱਡੀ ਪਾਵਰ ਨਹੀਂ ਹੈ ਜਿਹੜੀ ਕਿ ਰਾਜਾਂ ਦੇ ਬਿਹੇਵੀਅਰ ਨੂੰ ਰੈਗੂਲੇਟ ਕਰ ਸਕੇ। ਅੰਤਰਰਾਸ਼ਟਰੀ ਸਰਕਾਰ ਨਹੀਂ ਹੈਗੀ ਸਾਡੇ ਕੋਲ, ਨਾ ਹੀ ਕੋਈ ਹੋਰ ਆਰਗੇਨਾਈਜੇਸ਼ਨ ਹੈ ਜਿਹੜੀ ਰਾਜਾਂ ਦੇ ਸੋਵਰਨ ਨੇਸ਼ਨ ਸਟੇਟਸ ਦੇ ਬਿਹੇਵੀਅਰ ਨੂੰ ਰੈਗੂਲੇਟ ਕਰ ਸਕੇ। ਸੋ ਜਿਹੜੀ ਸਰਵਾਈਵਲ ਰਾਜ ਜਿਹੜੇ ਆ, ਬਿਗ ਪਾਵਰਸ ਜਿਹੜੇ ਨੇ, ਉਹ ਰੈਸ਼ਨਲ ਐਕਟਰਸ ਨੇ, ਉਹ ਆਪਣੀ ਪਾਵਰ ਨੂੰ ਵਧਾਉਣ ਦੇ ਲਈ ਹੀ ਯਤਨਸ਼ੀਲ ਹੈ ਅਤੇ ਉਹ ਰਾਜਾਂ ਦੇ ਉੱਪਰ ਪ੍ਰਭਾਵਿਤ ਰਾਜਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਇਸ ਦੇ ਜ਼ਿਆਦਾਤਰ ਕਿ ਰਾਜ ਜਿਹੜੇ ਨੇ ਉਹ ਛੋਟੇ ਰਾਜਾਂ ਦੇ ਉੱਪਰ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਪੋਲਿਸੀਜ਼ ਇੱਦਾਂ ਦੀਆਂ ਬਣਾਉਂਦੇ ਆ ਕਿ ਜਿਹਦੇ ਨਾਲ ਉਹਨਾਂ ਦੇ ਬੈਨੀਫਿਟਸ ਬਹੁਤ ਜ਼ਿਆਦਾ ਮੈਕਸੀਮਾਈਜ਼ ਹੋ ਸਕਣ ਅਤੇ ਉਹਨਾਂ ਦੇ ਜਿਹੜੇ ਲੋਸਿਸ ਨੇ ਉਹ
ਬਹੁਤ ਘੱਟ ਹੋ ਸਕਣ ਤੇ ਉਹਨਾਂ ਦੀ ਗੱਲ ਨੂੰ ਛੋਟੇ ਰਾਜ ਸਹਿਜੇ ਹੀ ਮੰਨ ਸਕਣ, ਉਹ ਆਪਣਾ ਪ੍ਰਭਾਵ ਉਹਨਾਂ ਤੇ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਵੱਡੀਆਂ ਤਾਕਤਾਂ ਆ। ਤੇ ਇਸ ਕਰਕੇ ਉਹ ਆਪ ਸਰਵਾਈਵਲ, ਉਹੀ ਗੱਲ, ਹਰ ਸਰਵਾਈਵਲ ਫॉर ਫਿਟਨੈਸ ਜਿਹੜਾ ਆ, ਹਰ ਮਾਈਟ ਇਜ਼ ਰਾਈਟ ਦੇਅਰ, ਹਰ ਰਾਜ ਆਪਣੇ ਸਰਵਾਈਵਲ ਦੇ ਲਈ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਯਤਨਸ਼ੀਲ ਹੈ। ਆਪਣੇ ਜਿੰਨੇ ਕਾਰਜ ਕਰ ਰਹੇ ਆ, ਜਿੰਨੇ ਡਿਸੀਜ਼ਨ ਲੈ ਰਹੇ ਆ, ਰਾਜ ਆਪਣੇ ਸਰਵਾਈਵਲ ਨੂੰ ਦੇ ਲਈ ਹੀ ਲੈ ਰਹੇ ਆ। ਸੋ ਇਹਦੇ ਵਿੱਚ ਨਹੀਂ ਕਿਹਾ ਜਾ ਸਕਦਾ ਰਾਜ ਦਾ ਸਰਵਾਈਵਲ ਕੀ ਹੈ, ਉਹਦੇ ਰਾਸ਼ਟਰੀ ਹਿੱਤ, ਰਾਸ਼ਟਰੀ ਸੁਰੱਖਿਆ, ਨੈਸ਼ਨਲ ਇੰਟਰਸਟ ਤੇ ਨੈਸ਼ਨਲ ਪਾਵਰ, ਨੈਸ਼ਨਲ ਸਿਕਿਉਰਿਟੀ ਜਿਹੜੀ ਹੈ ਉਹ ਮੇਨ ਉਹਨਾਂ ਦਾ ਫੋਕਸ ਹੈ। ਸਟੇਟਸ ਦਾ ਸਰਵਾਈਵਲ ਹੀ ਉਹਨਾਂ ਦਾ ਹੈ ਕਿ ਉਹ ਆਪਣੇ ਆਪ ਨੂੰ ਇਸ ਪੱਧਰ 'ਤੇ ਸਿਕਿਉਰ ਕਰਕੇ ਰੱਖਣਾ ਚਾਹੁੰਦੇ ਆ। ਅਨਸਰਟਨਟੀ ਅਬਾਊਟ ਇੰਟੈਂਸ਼ਨਸ ਆਫ ਅਦਰ ਸਟੇਟਸ ਐਂਡ ਐਕਸ਼ਨਸ ਆਰ ਅਨਅਵੋਇਡੇਬਲ। ਇਹ ਕਹਿੰਦੇ ਆ ਕਿ ਜਿੰਨੇ ਰਾਜ ਉੱਥੇ ਹੈਗੇ ਆ ਇੰਟਰਨੈਸ਼ਨਲ ਪੋਲੀਟਿਕਸ ਪਲੇਗਰਾਊਂਡ ਦੇ ਵਿੱਚ, ਸੁਸਾਇਟੀ 'ਚ ਆਪਣਾ ਰੋਲ ਪਲੇ ਕਰ ਰਹੇ ਆ, ਕਿ ਇੰਟਰਨੈਸ਼ਨਲ ਪਲੇਗਰਾਊਂਡ 'ਤੇ ਖੇਡ ਰਹੇ ਆ, ਉਹ ਜਿਹੜੇ ਨੇ ਉਹਨਾਂ ਦੀਆਂ ਦੂਸਰੇ ਰਾਜ ਦੀ ਇੰਟੈਂਸ਼ਨ ਬਾਰੇ ਕਿਸੇ ਰਾਜ ਨੂੰ ਪਤਾ ਹੀ ਨਹੀਂ ਲੱਗ ਸਕਦਾ, ਕਿਉਂਕਿ ਡਿਪਲੋਮੇਸੀ ਯੂਜ਼ ਕੀਤੀ ਜਾ ਰਹੀ ਹੈ। ਤੇ ਜੋ ਉਹ ਰਾਜ ਆਪਣੇ ਰਾਸ਼ਟਰੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਸਾਰੇ ਆਪਣੇ ਐਕਸ਼ਨ ਲੈਣਗੇ। ਇਸ ਕਰਕੇ ਜਿਹੜੇ ਉਹਨਾਂ ਦੇ ਐਕਸ਼ਨਸ ਹੋਣਗੇ ਉਹ ਅਨਅਵੋਇਡੇਬਲ ਨੇ, ਉਹਨਾਂ ਨੇ ਉਹ ਐਕਸ਼ਨ ਲੈਣੇ ਕਿਉਂਕਿ ਉਹਦੇ ਰਾਸ਼ਟਰੀ ਸੁਰੱਖਿਆ ਦੇ ਲਈ ਇੰਪੋਰਟੈਂਟ ਹੈ, ਉਹ ਉਹਨਾਂ ਦੀ ਨੈਸ਼ਨਲ ਇੰਟਰਸਟ ਦੇ ਲਈ ਇੰਪੋਰਟੈਂਟ ਹੈ। ਇਸ ਕਰਕੇ ਉਹਨਾਂ ਦੇ ਐਕਸ਼ਨਸ ਅਨਅਵੋਇਡੇਬਲ ਹੈ, ਉਹਨਾਂ ਨੇ ਰਾਜਾਂ ਨੇ ਉਹ ਐਕਸ਼ਨ ਲੈਣੇ ਆ ਕਿਉਂਕਿ ਉਹਨਾਂ ਦੀ ਰਾਸ਼ਟਰੀ ਸ਼ਕਤੀ ਦੇ ਲਈ ਉਹ ਬਹੁਤ ਜ਼ਰੂਰੀ ਫੰਡਾਮੈਂਟਲ ਪ੍ਰਿੰਸੀਪਲ ਹੈ। ਸੋ ਇਸ ਕਰਕੇ ਜੌਨ ਜੇ ਮੇਰਸ਼ਿਮਰ ਕਹਿੰਦਾ ਹੈ ਕਿਉਂਕਿ ਕੁਝ ਬਹੁਤ ਵੱਡੀਆਂ ਤਾਕਤਾਂ ਆ, ਕੁਝ ਬਹੁਤ ਵੱਡੇ ਰਾਸ਼ਟਰ ਨੇ ਜਿਹੜੇ ਕਿ ਇਹ ਹਮਲਾਵਰ ਰਾਸ਼ਟਰ ਨੇ, ਉਹ ਛੋਟੇ ਰਾਜਾਂ ਉੱਪਰ ਹਮਲਾ ਕਰਦੇ ਆ। ਚਾਹੇ ਤਾਂ ਤੁਸੀਂ ਐਗਜ਼ਾਮਪਲ ਲੈ ਲਓ ਗਲਫ ਵਾਰ ਦੀ, ਚਾਹੇ ਤਾਂ ਤੁਸੀਂ ਐਗਜ਼ਾਮਪਲ ਲੈ ਲਓ ਜਿਹੜੀ ਹੈ ਅਫਗਾਨਿਸਤਾਨ, ਅਮਰੀਕਾ ਦਾ ਅਫਗਾਨਿਸਤਾਨ ਅਟੈਕ ਦੀ। ਸੋ ਛੋਟਾ ਰਾਜ ਕਦੀ ਵੱਡੇ ਰਾਜ ਉੱਪਰ ਹਮਲਾ ਨਹੀਂ ਕਰਦਾ। ਸੋ ਇਸ ਅਨਾਰਕੀਅਲ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਵੱਡੇ ਰਾਸ਼ਟਰ, ਵੱਡੀਆਂ ਪਾਵਰਸ ਜਿਹੜੇ ਆ ਉਹ ਹਮਲਾਵਰ ਰਾਸ਼ਟਰ ਨੇ, ਤੇ ਜਿਹੜੀਆਂ ਸਮਾਲ ਪਾਵਰਸ ਨੇ ਉਹ ਜਿਹੜੀਆਂ ਨੇ ਉਹ ਡਿਫੈਂਸਿਵ ਹੈ, ਉਹ ਆਪਣੇ ਉਹਨਾਂ ਹਮਲਿਆਂ ਤੋਂ ਆਪਣੇ ਆਪ ਬਚਾਅ ਦੇ ਲਈ ਉਹ ਯਤਨਸ਼ੀਲ ਰਹਿੰਦੇ ਆ। ਤੋ ਦਿਸ ਇਜ਼ ਅ ਨਿਊ ਥਿੰਗ ਜਿਹੜੀ ਹੈ, ਇਹਨੂੰ ਜੌਨ ਜੇ ਮੇਰਸ਼ਿਮਰ ਨੂੰ ਬਾਕੀ ਰੀਅਲਿਜ਼ਮ ਕਨੀਥ ਵਾਲਟੇਜ ਨਾਲੋਂ ਵੱਖਰਿਆਂ ਕਰਦੀ ਆ, ਓਫੈਂਸਿਵ ਐਂਡ। ਇਸੇ ਕਰਕੇ ਹੀ ਜੌਨ ਦੇ ਜਿਹੜੇ ਰੀਅਲਿਜ਼ਮ ਨੂੰ ਓਫੈਂਸਿਵ ਜਾਂ ਡਿਫੈਂਸਿਵ ਰੀਅਲਿਜ਼ਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸੋ ਨੈਕਸਟ ਜਿਹੜੇ ਨਿਊ ਰੀਅਲਿਸਟ ਹਨ ਉਹ ਹੈਗੇ ਆ ਰੋਬਰਟ ਗਿਲਪਿਨ। ਰੋਬਰਟ ਗਿਲਪਿਨ ਜਿਹੜੀ ਆ ਟੋਟਲੀ ਨਵੀਂ ਗੱਲ ਲੈ ਕੇ ਆ ਰਹੇ ਆ, ਜਿਹੜੀ ਬਾਕੀ ਨਿਊਰਲੀਸਟਸ ਨਾਲੋਂ ਡਿਫਰੈਂਟ ਹੈ। ਉਹ ਕਹਿ ਰਹੇ ਆ ਕਿ ਇਕਨੋਮਿਕ ਗਲੋਬਲਾਈਜੇਸ਼ਨ ਜਿਹੜੀ ਆ ਉਹ ਹੋ ਚੁੱਕੀ ਆ ਇੰਟਰਨੈਸ਼ਨਲ ਲੈਵਲ 'ਤੇ। ਗਲੋਬਲਾਈਜੇਸ਼ਨ ਆਉਣ ਦੇ ਨਾਲ ਇਕਨੋਮਿਕ ਗਲੋਬਲਾਈਜੇਸ਼ਨ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਆ ਅੰਤਰਰਾਸ਼ਟਰੀ ਸਮਾਜ 'ਤੇ, ਅਤੇ ਪੂਰਾ ਜਿਹੜਾ ਸੰਸਾਰ ਹੈ ਉਹ ਟਰਾਂਸਨੈਸ਼ਨਲ ਵਰਲਡ ਜਿਹੜਾ ਆ ਉਹ ਬਣ ਗਿਆ ਆ। ਅਤੇ ਨਵੀਆਂ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਇਕਨੋਮਿਕ ਆਰਗੇਨਾਈਜੇਸ਼ਨਸ ਜਿਹੜੀਆਂ ਆ, ਨਵੀਆਂ ਇਕਨੋਮਿਕ ਫੋਰਸਿਸ ਜਿਹੜੀਆਂ ਆ, ਨਵੀਆਂ ਆਰਥਿਕ ਤਾਕਤਾਂ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਹੋਂਦ ਦੇ ਵਿੱਚ ਆਉਂਦੀਆਂ ਆ। ਔਰ ਗਲੋਬਲਾਈਜੇਸ਼ਨ ਨੇ ਕੀ ਕੀਤਾ ਹੈ ਕਿ ਨੈਸ਼ਨਲ ਜਿੰਨੀਆਂ ਵੀ ਆਰਥਿਕਤਾ ਆ, ਜਿੰਨੀ ਰਾਸ਼ਟਰੀ ਆਰਥਿਕਤਾ, ਉਹਨਾਂ ਸਾਰਿਆਂ ਨੂੰ ਗਲੋਬਲਾਈਜੇਸ਼ਨ ਨੇ ਉਹ ਵਾਲੇ ਢਾਂਚੇ ਨੂੰ ਖ਼ਤਮ ਕਰਕੇ ਸਾਰਾ ਕੁਝ ਸੰਸਾਰ ਇੱਕ ਕਰ ਦਿੱਤਾ ਹੈ। ਔਰ ਹਰ ਲੋਕਲ ਰਾਜ ਦੀ ਆਰਥਿਕ ਨੀਤੀ ਗਲੋਬਲ ਰਾਜ ਦੀ ਆਰਥਿਕ ਨੀਤੀ ਤੋਂ ਪ੍ਰਭਾਵਿਤ ਜਿਹੜੀ ਹੈ ਹੋ ਰਹੇ ਆ। ਜਿੰਨੇ ਜਿਹੜੇ ਸਟੇਟਸ ਹੈਗੇ ਆ ਉਹ ਜਿਹੜੇ ਆ ਉਹ ਇਫੈਕਟ ਪਾ ਰਹੇ ਆ ਗਲੋਬਲਾਈਜੇਸ਼ਨ 'ਤੇ। ਔਰ ਉਹਨਾਂ ਦੀਆਂ ਨੈਸ਼ਨਲ ਪੋਲਿਸੀਜ਼ ਜਿਹੜੀਆਂ ਨੇ ਉਹ ਗਲੋਬਲਾਈਜੇਸ਼ਨ ਤੋਂ, ਜਿੰਨੀਆਂ ਵੀ ਉਹਨਾਂ ਦੀਆਂ ਨੈਸ਼ਨਲ ਪੋਲਿਸੀਜ਼ ਨੇ, ਨੈਸ਼ਨਲ
ਜਿਹੜੀਆਂ ਕਹਿ ਸਕਦੇ ਹੋ ਤੁਸੀਂ ਡਿਸੀਜਨ ਮੇਕਿੰਗ ਇਕਨੋਮਿਕ ਪਾਲਿਸੀਜ਼ ਨੇ, ਜਿੰਨੀਆਂ ਵੀ ਨੈਸ਼ਨਲ ਇਕਨੋਮਿਕ ਪਾਲਿਸੀਜ਼ ਨੇ, ਦੇ ਆਰ ਬੀਇੰਗ ਇਨਫਲੂਐਂਸਡ ਬਾਏ ਦਾ ਗਲੋਬਲਾਈਜੇਸ਼ਨ। ਉਹ ਗਲੋਬਲਾਈਜੇਸ਼ਨ ਤੋਂ ਪ੍ਰਭਾਵਿਤ ਹੋ ਰਹੀਆਂ ਨੇ ਜਿੰਨੀਆਂ ਵੀ ਹੈਗੀਆਂ। ਸੋ ਇਸ ਕਰਕੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਜਿੰਨੇ ਵੀ ਨੇਸ਼ਨ ਸਟੇਟਸ ਹੈਗੇ ਆ, ਉਹ ਜਿਹੜੇ ਆ ਰੈਪਿਡ ਇਕਨੋਮਿਕ ਡਿਵੈਲਪਮੈਂਟ ਨੇ, ਜਿਹੜੀਆਂ ਨਵੀਆਂ ਚੇਂਜਸ ਆਈਆਂ ਨੇ, ਪੂਰਾ ਸੰਸਾਰ ਇੱਕ ਹੋ ਚੁੱਕਾ ਆ, ਇੱਕ ਟਰਾਂਸਨੈਸ਼ਨਲ ਵਰਲਡ ਬਣ ਚੁੱਕਾ ਆ, ਉਹਦੇ ਤੋਂ ਪ੍ਰਭਾਵਿਤ ਹੈਗੇ ਆ। ਸੋ ਆਰਥਿਕ ਤੱਤਾਂ ਦਾ ਜਿਹੜਾ ਜ਼ਿਆਦਾ ਪ੍ਰਭਾਵ ਅੱਜ ਦੀ ਰਾਜਾਂ ਦੀ ਡਿਸੀਜ਼ਨ ਮੇਕਿੰਗ ਪ੍ਰੋਸੈਸ 'ਤੇ ਪੈ ਰਿਹਾ ਹੈ। ਇਹ ਗੱਲ ਨਾ ਤਾਂ ਪਹਿਲਾਂ ਕਨੀਥ ਵਾਲਟਜ਼ ਨੇ ਕੀਤੀ ਹੈ, ਨਾ ਹੀ ਇਹ ਗੱਲ ਫੋਕਸ ਕਰਕੇ ਜ਼ਿਆਦਾ ਜੋਹਨ ਨੇ ਕੀਤੀ ਆ। ਜ਼ਿਆਦਾ ਗੱਲ ਜਿਹੜੀ ਆ ਰੋਬਰਟ ਗਿਲਪਿਨ ਇਸ ਵਾਸਤੇ ਕਰ ਰਹੇ ਆ ਕਿ ਗਲੋਬਲਾਈਜੇਸ਼ਨ ਨੇ ਜਿਹੜੇ ਆਰਥਿਕ ਤੱਤ ਹੈ ਉਹ ਰਾਜਾਂ ਦੇ ਨਿਰਮਾਣ ਪ੍ਰਕਿਰਿਆ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰ ਰਹੇ ਨੇ, ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਰਾਜਾਂ ਦੀ ਰਾਜਨੀਤੀ ਨੂੰ ਜਾਂ ਡਿਸੀਜ਼ਨ ਮੇਕਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਜਾਂ ਬਣਾਉਣ ਦੇ ਵਿੱਚ। ਸੋ ਦਿਸ ਇਜ਼ ਆਲ ਅਬਾਊਟ ਦਾ neorealism. So if you like the video, kindly share and subscribe my channel. So like my videos. Thank you very much, my friends.